ਬੈਂਸ ਸਾਹਿਬ ਅੱਜ ਅਸੀਂ ਚਰਚਾ ਕਰ ਰਹੇ ਹਾਂ ਜੀ ਜਿਸ ਤਰੀਕੇ ਨਾਲ ਅੰਤਰਿਮ ਕਮੇਟੀ ਦੀ ਮੀਟਿੰਗ ਹੋਈ ਆ ਤੇ ਬੜੀ ਹੈਰਾਨੀ ਦੀ ਗੱਲ ਆ ਬੈਂਸ ਸਾਹਿਬ ਤੇ ਕਹਿੰਦੇ ਕਿ ਕਾਨੂੰਨੀ ਕਾਰਵਾਈ ਤਾਂ ਅਸੀਂ ਨਹੀਂ ਕਰਨੀ, ਅਸੀਂ ਆਪਣੀ ਧਾਰਮਿਕ ਸਜ਼ਾ ਦੇ ਦੇਣੀ ਆ ਤੇ ਧਾਰਮਿਕ ਸਜ਼ਾ ਕਿਹੜੀ ਆ ਤੇ ਉਹੀ 4 ਭਾਂਡੇ ਸਾਫ਼ ਕਰ ਲੈਣਗੇ ਤੇ 4 ਜੁੱਤੇ ਸਾਫ਼ ਕਰ ਲੈਣਗੇ ਤੇ ਫਿਰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਕੀ ਬਚਾਇਆ ਜਾ ਰਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ 267 ਤੋਂ ਗਿਣਤੀ 267 ਦੀ ਬਿਲਕੁਲ ਜੀ ਕਿ 267 ਪਾਵਨ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਕਹਿੰਦੇ ਮਿਸਿੰਗ ਆ, ਪਰ ਮੈਂ ਕਹਿੰਦਾ ਚੋਰੀ ਹੋ ਗਏ, ਬਿਲਕੁਲ ਚੋਰੀ ਕਰਾਏ ਗਏ। ਮੇਰੀ ਮੰਗ ਸੀ ਕਿ ਇਹਦੇ ਤੇ FIR ਹੋਏ ਫਿਰ ਇਨਵੈਸਟੀਗੇਸ਼ਨ ਹੋਏ, ਪਰ ਜੇ ਅੱਜ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਤੇ ਪ੍ਰਧਾਨ ਸਾਹਿਬ ਕਹਿੰਦੇ ਆ ਕਿ ਅਸੀਂ ਕਾਨੂੰਨੀ ਕਾਰਵਾਈ ਨਹੀਂ ਕਰਨੀ ਜੀ ਬਈ ਕਿਉਂ? ਕੀ ਪ੍ਰਧਾਨ ਸਾਹਿਬ ਦੀ ਦੁਕਾਨ 'ਚ ਚੋਰੀ ਹੋਈ ਹੈ? ਰੂਪ ਸਿੰਘ ਜੀ ਤੁਸੀਂ ਬੜੇ ਆਰਾਮ ਨਾਲ ਅਸਤੀਫਾ 4 ਲਾਈਨਾਂ ਦਾ ਲਿਖਿਆ ਤੇ ਘਰ ਨੂੰ ਚਲੇ ਗਏ, ਕਿਉਂ? ਸੱਚ ਬੋਲਣ ਤੋਂ ਕਿਉਂ ਡਰਦੇ ਹੋ? ਅੱਜ ਜੇ ਡਾਕਟਰ ਰੂਪ ਸਿੰਘ ਜੀ ਚੁੱਪ ਨੇ, ਉਹ ਕਹਿੰਦੇ ਮੇਰੀ ਮਜਬੂਰੀ ਹੈ, ਇਹਦਾ ਮਤਲਬ ਆ ਵੀ ਕੱਲਾ ਪ੍ਰਧਾਨ ਸ਼ਾਮਲ ਨਹੀਂ। ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਸਾਡੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਗਲੋਬਲ ਗੱਲਬਾਤ ਦੇ ਵਿੱਚ ਵੀ। ਤੇ ਅੱਜ ਅਸੀਂ ਗੱਲਬਾਤ ਤਾਂ ਕਰ ਰਹੇ ਹਾਂ ਜੀ SGPC ਦੇ ਜੋ ਅੰਤਰਿਮ ਕਮੇਟੀ ਦੀ ਜੋ ਬੈਠਕ ਹੋਈ ਸੀ, ਲੇਕਿਨ ਇਸ ਦੇ ਨਾਲ ਅੱਜ ਅਧਿਆਪਕ ਦਿਵਸ ਵੀ ਜਿਹਨੂੰ ਅਸੀਂ ਟੀਚਰ ਡੇ ਵੀ ਕਹਿੰਦੇ ਆ ਤੇ ਉਹ ਦੇਸ਼ ਭਰ ਦੇ ਵਿੱਚ ਮਨਾਇਆ ਗਿਆ ਤੇ ਦੇਸ਼ ਭਰ ਦੇ ਵਿੱਚ ਸਾਰੇ ਹੀ ਉਹਨਾਂ ਵਿਦਿਆਰਥੀਆਂ ਨੇ ਆਪਣੇ ਆਪਣੇ ਅਧਿਆਪਕਾਂ ਨੂੰ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ ਨੇ ਜਿਹੜੇ ਕਿ ਆਪਣੇ ਗੁਰੂਆਂ ਦਾ ਆਪਣੇ ਅਧਿਆਪਕਾਂ ਦਾ ਸਤਿਕਾਰ ਤੇ ਮਾਣ ਕਰਦੇ ਨੇ। ਸੋ ਸਾਡੇ ਵੱਲੋਂ ਵੀ ਜਿੰਨੇ ਵੀ ਦਰਸ਼ਕ ਇਸ ਪ੍ਰੋਗਰਾਮ ਨੂੰ ਸਾਡੇ ਨੂੰ ਦੇਖ ਰਹੇ ਨੇ ਤੇ ਹੋ ਸਕਦਾ ਕਿ ਕਾਫੀ ਸਾਰੇ ਜਿਹੜੇ ਸਾਡੇ ਦਰਸ਼ਕ ਨੇ ਉਹ ਖੁਦ ਅਧਿਆਪਨ ਦੇ ਕਿੱਤੇ ਦੇ ਨਾਲ ਸੰਬੰਧਿਤ ਹੋਣਗੇ ਤੇ ਬਹੁਤ ਸਾਰੇ ਸੇਵਾ ਮੁਕਤ ਵੀ ਹੋਣਗੇ ਤੇ ਬਹੁਤ ਸਾਰੇ ਸੇਵਾਵਾਂ ਨਿਭਾਉਂਦੇ ਵੀ ਆ ਰਹੇ ਹੋਣਗੇ ਤੇ ਇਹਨਾਂ ਸਾਰੇ ਹੀ ਸਾਡੇ ਦਰਸ਼ਕ ਅਧਿਆਪਕਾਂ ਨੂੰ ਸਾਡੇ ਵੱਲੋਂ ਵੀ ਟੀਚਰ ਡੇ ਦੀਆਂ ਅਧਿਆਪਕ ਦਿਵਸ ਦੀਆਂ ਅਸੀਂ ਲੱਖ ਮੁਬਾਰਕਬਾਦ ਆਖਦੇ ਹਾਂ ਜੀ। ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਦੇਸ਼ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਰਿਹਾ ਤੇ ਉਸੇ ਤਰ੍ਹਾਂ ਦੇ ਨਾਲ ਅੱਗੇ ਵੀ ਅਧਿਆਪਕ ਨੂੰ ਗੁਰੂ ਹੀ ਸਮਝਿਆ ਜਾਏਗਾ ਤੇ ਹਰ ਇੱਕ ਜਿਹੜਾ ਵਿਦਿਆਰਥੀ ਆ ਉਹ ਆਪਣੇ ਅਧਿਆਪਕ ਦੀ ਜਿਹੜੀ ਆ ਮਾਣ ਸਤਿਕਾਰ ਪੂਰੇ ਤਰੀਕੇ ਦੇ ਨਾਲ ਚੰਗੇ ਮਨ ਦੇ ਨਾਲ ਦਿਲ ਤੋਂ ਕਰਦਾ ਰਹੇਗਾ। ਸੋ ਗੱਲਬਾਤ ਅਸੀਂ ਕਰ ਰਹੇ ਸੀ ਜੀ ਅੰਤਰਿਮ ਕਮੇਟੀ ਦੀ ਜੋ ਇਹ ਮੀਟਿੰਗ ਹੋਈ ਆ ਤੇ ਬੜੇ ਸਵਾਲ ਜਵਾਬ ਇੱਥੇ ਪੁੱਛੇ ਗਏ। ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਸਵਾਲ ਜਵਾਬ ਪੱਤਰਕਾਰਾਂ ਦੇ ਇੰਨੇ ਆ ਰਹੇ ਸੀ ਕਿ ਕਿਤੇ ਤਾਂ ਪ੍ਰਧਾਨ ਸਾਹਿਬ ਨੂੰ ਵੀ ਜਿਹੜਾ ਪਸੀਨਾ ਆ ਗਿਆ ਸੀ ਕਿਉਂਕਿ ਜਵਾਬ ਨਹੀਂ ਸੀ ਪ੍ਰਧਾਨ ਸਾਹਿਬ ਦੇ ਕੋਲ ਪੱਤਰਕਾਰਾਂ ਦੇ ਸਵਾਲਾਂ ਦੇ। ਤੇ ਫਿਰ ਅਜਿਹੀ ਹਾਲਤ ਹੋ ਜਾਂਦੀ ਹੈ ਜਦੋਂ ਕਿਸੇ ਦੇ ਕੋਲ ਸਵਾਲਾਂ ਦੇ ਜਵਾਬ ਨਾ ਹੋਣ ਤੇ ਬੰਦਾ ਫਸਦਾ ਦਿਖਦਾ ਹੋਵੇ, ਫਿਰ ਅਕਸਰ ਇਹੋ ਜਿਹੇ ਮਾਹੌਲ ਦੇ ਵਿੱਚ ਥੋੜ੍ਹੀ ਪਸੀਨਾ ਚਿਹਰੇ 'ਤੇ ਉਹ ਦੇਖਣ ਲੱਗ ਜਾਂਦਾ। ਸੋ ਇਸੇ ਬਾਬਤ ਹੋਰ ਅੱਗੇ ਗੱਲਬਾਤ ਕਰਾਂਗੇ ਜੀ। ਸਾਡੇ ਨਾਲ ਜੁੜੇ ਨੇ ਜੀ ਫੋਨ ਲਾਈਨ ਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਨੇ ਜੀ ਲੁਧਿਆਣਾ ਤੋਂ ਬਲਵਿੰਦਰ ਸਿੰਘ ਬੈਂਸ ਸਾਹਿਬ, ਤੁਸੀਂ ਸਾਰੇ ਇਹਨਾਂ ਤੋਂ ਜਾਣੂ ਹੋ। ਸੋ ਬੈਂਸ ਸਾਹਿਬ ਸਵਾਗਤ ਹੈ ਜੀ ਬਹੁਤ ਗਲੋਬਲ ਗੱਲਬਾਤ ਜੀ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬੈਂਸ ਸਾਹਿਬ ਅੱਜ ਅਸੀਂ ਚਰਚਾ ਕਰ ਰਹੇ ਹਾਂ ਜੀ ਜਿਸ ਤਰੀਕੇ ਨਾਲ ਅੰਤਰਿਮ ਕਮੇਟੀ ਦੀ ਮੀਟਿੰਗ ਹੋਈ ਆ ਤੇ ਬੜੀ ਹੈਰਾਨੀ ਦੀ ਗੱਲ ਆ ਬੈਂਸ ਸਾਹਿਬ ਤੇ ਕਹਿੰਦੇ ਕਿ ਕਾਨੂੰਨੀ ਕਾਰਵਾਈ ਤਾਂ ਅਸੀਂ ਨਹੀਂ ਕਰਨੀ, ਅਸੀਂ ਆਪਣੀ ਧਾਰਮਿਕ ਸਜ਼ਾ ਦੇ ਦੇਣੀ ਆ ਤੇ ਧਾਰਮਿਕ ਸਜ਼ਾ ਕਿਹੜੀ ਆ ਤੇ ਉਹੀ 4 ਭਾਂਡੇ ਸਾਫ਼ ਕਰ ਲੈਣਗੇ ਤੇ 4 ਜੁੱਤੇ ਸਾਫ਼ ਕਰ ਲੈਣਗੇ। ਤੇ ਫਿਰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਕੀ ਬਚਾਇਆ ਜਾ ਰਿਹਾ? ਮੈਂ ਸਭ ਤੋਂ ਪਹਿਲਾਂ ਉਹੀ ਦੱਸਣ ਲੱਗਿਆ ਕਿ ਅਸੀਂ ਲੋਕ ਇਨਸਾਫ ਪਾਰਟੀ ਵੱਲੋਂ ਮੇਰੇ ਸਾਥੀਆਂ ਦਾ ਇੱਕ ਡੈਪੂਟੇਸ਼ਨ ਅੰਮ੍ਰਿਤਸਰ ਗਿਆ ਜੀ ਤੇ ਅਸੀਂ ਕਮਿਸ਼ਨਰ ਪੁਲਿਸ ਨੂੰ ਇੱਕ ਦਰਖਾਸਤ ਦੇ ਕੇ ਆਏ ਜੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ 267 ਉਦੋਂ ਗਿਣਤੀ 267 ਦੀ ਸੀ, ਬਿਲਕੁਲ ਜੀ, ਕਿ 267 ਪਾਵਨ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਕਹਿੰਦੇ ਮਿਸਿੰਗ ਆ, ਪਰ ਮੈਂ ਕਹਿੰਦਾ ਚੋਰੀ ਹੋ ਗਏ, ਬਿਲਕੁਲ ਚੋਰੀ ਕਰਾਏ ਗਏ। ਉਹਦੇ ਤੇ ਮੇਰੀ ਮੰਗ ਸੀ ਕਿ ਇਹਦੇ ਤੇ FIR ਹੋਏ ਫਿਰ ਇਨਵੈਸਟੀਗੇਸ਼ਨ ਹੋਏ,
ਬਿਲਕੁਲ ਹੋਣੀ ਚਾਹੀਦੀ ਹੈ ਜੀ ਬੈਂਸ ਸਾਹਿਬ, ਇਹਦੇ ਵਿੱਚ ਜੀ। ਤਾਂ ਬੜੀ ਹੈਰਾਨੀ ਦੀ ਗੱਲ ਹੈ। ਪਰ ਜੇ ਅੱਜ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਤੇ ਪ੍ਰਧਾਨ ਸਾਹਿਬ ਕਹਿੰਦੇ ਆ ਕਿ ਅਸੀਂ ਕਾਨੂੰਨੀ ਕਾਰਵਾਈ ਨਹੀਂ ਕਰਨੀ, ਜੀ ਬਈ ਕਿਉਂ? ਕੀ ਪ੍ਰਧਾਨ ਸਾਹਿਬ ਦੀ ਦੁਕਾਨ 'ਚ ਚੋਰੀ ਹੋਈ ਹੈ? ਪ੍ਰਧਾਨ ਸਾਹਿਬ ਸਿੱਖ ਕੌਮ ਨੂੰ ਜਵਾਬਦੇਹ ਨਹੀਂ? ਕੀ ਅੰਤਰਿੰਗ ਕਮੇਟੀ ਸਿੱਖ ਕੌਮ ਨੂੰ ਜਵਾਬਦੇਹ ਨਹੀਂ? ਮੈਂ ਤਾਂ ਸਿੰਘ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਥੇਦਾਰ ਜੀ, ਸਕੱਤਰ ਸ਼੍ਰੋਮਣੀ ਕਮੇਟੀ ਤੇ ਜਿੰਨੇ ਬੰਦੇ ਅਸਤੀਫਾ ਦੇ ਕੇ ਗਏ ਆ ਜੀ, ਉਹਨਾਂ ਨੇ ਆਪਣੇ ਆਪ ਨੂੰ ਦੋਸ਼ੀ ਸਮਝਿਆ, ਗੁਨਾਹਗਾਰ ਸਮਝਿਆ ਤਾਂ ਅਸਤੀਫੇ ਦਿੱਤੇ। ਉਹਨਾਂ ਦੇ ਖਿਲਾਫ ਤਾਂ ਬਾਈ ਨੇਮ ਮੈਂ ਤਾਂ ਲਿਖ ਕੇ ਆਏ ਇਹਨਾਂ ਸਾਰਿਆਂ ਦਾ ਨਾਂ ਜੀ ਕਿ ਬਾਈ ਨੇਮ FIR ਹੋਏ, ਫਿਰ ਇਨਵੈਸਟੀਗੇਸ਼ਨ ਹੋਏ ਜੀ। ਜਿੰਨੀ ਦੇਰ ਇਹਨਾਂ ਦਾ ਰਿਮਾਂਡ ਨਹੀਂ ਲਓਗੇ, ਹੁਣ ਉਹ ਕਹਿੰਦੇ ਆ ਨਾ ਸਕੱਤਰ ਸਾਹਿਬ ਕਿ ਕਸੂਰਵਾਰ ਤਾਂ ਪ੍ਰਧਾਨ ਸਾਹਿਬ ਤੇ ਹੋਰ ਬੰਦੇ ਆ ਤੇ ਮੈਂ ਅਜੇ ਬੋਲਣਾ ਨਹੀਂ ਚਾਹੁੰਦਾ ਜੀ। ਬਿਲਕੁਲ, ਤੇ ਬੋਲਣਾ ਕਿਉਂ ਨਹੀਂ ਚਾਹੁੰਦੇ? ਇਹਦਾ ਮਤਲਬ ਇਹ ਹੋਇਆ ਕਿ ਸਕੱਤਰ ਸਾਹਿਬ ਤੁਸੀਂ ਆਪਣਾ ਆਰ ਪਰਿਵਾਰ ਗੁਰੂ ਦੀ ਗੁਲਕ ਤੋਂ ਪਾਲ ਕੇ ਅੱਜ ਗੁਰੂ ਦੀ ਨਰਾਦਰੀ ਹੋਏ ਤੇ ਤੁਸੀਂ ਕਹੋ ਮੈਂ ਬੋਲਣਾ ਨਹੀਂ, ਫਿਰ ਤਾਂ ਉਹ ਗੱਲ ਹੋ ਗਈ ਨਾ ਜਿਹੜੀ ਥਾਲੀ 'ਚ ਖਾਧਾ ਉਹਦੇ 'ਚ ਛੇਦ ਕਰਕੇ ਮੁੜਿਆ ਹੈ ਜੀ। ਤੇ ਜੇ ਐਸੀ ਸਥਿਤੀ ਆ, ਮੈਂ ਸਿਰ ਝੁਕਾ ਕੇ ਸਿੰਘ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਜੀ ਕਿ ਜਥੇਦਾਰ ਜੀ, ਇਹਨਾਂ ਬੰਦਿਆਂ ਨੇ ਆਪਣੇ ਆਪ ਨੂੰ ਗੁਨਾਹਗਾਰ ਸਮਝਦੇ ਹੋਏ ਅਸਤੀਫੇ ਦਿੱਤੇ ਆ। ਇਹਨਾਂ ਨੂੰ ਪੰਥ ਚੋਂ ਛੇਕ ਕੇ ਰੋਟੀ ਬੇਟੀ ਦੀ ਸਾਂਝ ਖਤਮ ਕਰਕੇ ਜੀ, ਇਹਨਾਂ ਦਾ ਸਿੱਖ ਸੰਗਤਾਂ ਦੇ ਇਕੱਠ ਵਿੱਚ ਜਾਣ ਤੇ ਪਾਬੰਦੀ ਲਾ ਕੇ ਇਹਨਾਂ ਦੇ ਖਿਲਾਫ FIR ਦਰਜ ਕਰਾ ਕੇ। ਪਰ ਬੈਂਸ ਸਾਹਿਬ, ਡਾਕਟਰ ਰੂਪ ਸਿੰਘ ਨੇ ਠੀਕ ਹੈ ਮੀਡੀਆ ਦੇ ਸਾਹਮਣੇ ਤਾਂ ਨਹੀਂ ਆ ਰਹੇ, ਤੇ ਇੱਕ ਪੱਤਰ ਜਿਹਦੀ ਤੁਸੀਂ ਵੀ ਗੱਲ ਕਰ ਰਹੇ ਹੋ ਤੇ ਉਹਦੇ 'ਚ ਇਹਨਾਂ ਨੇ ਲਿਖਿਆ ਕਿ ਹੁਣ ਪ੍ਰਧਾਨ ਸਾਹਿਬ ਮੈਨੂੰ ਇਕੱਲੇ ਨੂੰ ਦੋਸ਼ੀ ਦੱਸ ਰਹੇ ਨੇ ਤੇ ਮੈਂ ਬੜਾ ਜੀ ਮੈਨੂੰ ਮਾਨਸਿਕ ਪੀੜਾ ਬਹੁਤ ਹੋਈ ਆ ਤੇ ਮੇਰਾ ਜਿਹੜਾ ਨਾਂ ਆ, ਪਰਿਵਾਰ ਦਾ ਨਾਂ ਆ, ਉਹ ਬੜਾ ਬਦਨਾਮ ਮੇਰਾ ਹੋ ਰਿਹਾ, ਤੇ ਇਸ ਤਰ੍ਹਾਂ ਦੀ ਉਹਨਾਂ ਨੇ ਦੁਹਾਈ ਪਾਈ ਹੈ ਇੱਕ ਤਰੀਕੇ ਨਾਲ। ਅਜੇ ਨਹੀਂ ਹੋਇਆ। ਮੇਰੇ ਗੁਰੂ ਕਹਿੰਦੇ ਗੁਰ ਕੀ ਨਿੰਦਾ ਸੁਣੇ ਨਾ ਕਾਨ। ਸਾਧ ਰੂਪ ਸਿੰਘ ਜੀ, ਤੁਸੀਂ ਬੜੇ ਆਰਾਮ ਨਾਲ ਅਸਤੀਫਾ 4 ਲਾਈਨਾਂ ਦਾ ਲਿਖਿਆ ਤੇ ਘਰ ਨੂੰ ਚਲੇ ਗਏ। ਕਿਉਂ? ਸੱਚ ਬੋਲਣ ਤੋਂ ਕਿਉਂ ਡਰਦੇ ਹੋ ਜੀ? ਜੇ ਤੁਸੀਂ ਕਹਿੰਦੇ ਆ ਕਿ ਪ੍ਰਧਾਨ ਸਾਹਿਬ ਨੇ ਸਾਰਾ ਕੁਝ ਤੁਹਾਡੇ ਮੋਢੇ ਤੇ ਸੁੱਟਤਾ, ਤੁਹਾਨੂੰ ਕੀ ਮਜਬੂਰੀ ਹੈ ਕਿ ਤੁਸੀਂ ਨਹੀਂ ਬੋਲਣਾ ਚਾਹੁੰਦੇ? ਬਿਲਕੁਲ, ਤੁਸੀਂ ਅੱਗੇ ਆ ਕੇ ਦੱਸੋ। ਬਿਲਕੁਲ ਜੀ, ਅੱਗੇ ਆਓ, ਅੱਗੇ ਆ ਕੇ ਦੱਸੋ। ਮੈਂ ਤਾਂ ਜਿਸ ਦਿਨ ਪ੍ਰਧਾਨ ਜੀ ਦੀ ਇਲੈਕਸ਼ਨ ਸੀ, ਮੈਂ ਉੱਥੇ ਮਹਾਰਾਜ ਦੀ ਹਜ਼ੂਰੀ 'ਚ ਕਿਹਾ ਸੀਗਾ ਕਿ ਪਹਿਲਾਂ ਬਰਗਾੜੀ ਕਾਂਡ ਤੇ ਖੁੱਲੀ ਬਹਿਸ ਕਰਾਓ। ਕੋਟਕਪੂਰਾ ਜਿਹੜੇ ਗੋਲੀ ਚੱਲੀ ਉਹਦੇ ਤੇ ਖੁੱਲੀ ਬਹਿਸ ਹੋਏ ਜੀ। ਸਿੱਖਾਂ ਦੀ ਸ਼ਹਾਦਤ ਹੋਈ ਹੈ, ਪਰ ਉੱਥੇ ਕੋਈ ਬੋਲਣ ਨੂੰ ਮੇਰੇ ਤੋਂ ਸਿਵਾਏ ਸਰਮਿੰਦਰ ਸਿੰਘ ਜੀ ਨਵੇਂ ਸ਼ਹਿਰ ਵਾਲੇ ਮੇਰੇ ਨਾਲ ਵਾਕਆਊਟ ਕਰਿਆ ਸੀ ਉਦੋਂ ਜੀ। ਬਿਲਕੁਲ, ਤੁਹਾਡੇ ਚੈਨਲ ਵਾਲੇ ਵੀ ਮੇਰੇ ਭਰਾ ਸਾਰੇ ਉੱਥੇ ਹੀ ਸੀਗੇ। ਬਿਲਕੁਲ ਜੀ। ਤੇ ਮੈਨੂੰ ਸਵਾਲ ਕਰਦੇ ਸੀ ਕਿ ਬੈਂਸ ਸਾਹਿਬ ਗੁਰੂ ਦੀ ਹਾਜ਼ਰੀ 'ਚ ਨਾਅਰੇ ਲਾਏ। ਮੈਂ ਕਿਹਾ ਜੀ ਬਿਲਕੁਲ ਲਾਏ, ਅਖੀਰਲੇ ਸਾਹ ਤੱਕ ਲਾਉਂਗਾ ਕਿ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਕਰਨ ਵਾਲੇ ਮੁਰਦਾਬਾਦ ਜੀ। ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਰਾ ਨਹੀਂ। ਤੇ ਉਹ ਲੜਾਈ ਮੇਰੇ ਵੀਰ ਅਖੀਰਲੇ ਸਾਹ ਤੱਕ ਲੜਾਂਗੇ ਜੀ। ਸਾਧ ਰੂਪ ਸਿੰਘ ਜੀ ਨੂੰ ਇੱਕ ਗੱਲ ਦਾ ਸ਼ਾਇਦ ਅਜੇ ਭਰੋਸਾ ਨਹੀਂ ਹੋਇਆ। ਉਹ ਸਮਝਦੇ ਆ ਕਿ ਮੈਂ ਅਸਤੀਫਾ ਦੇਤਾ, ਮੈਂ ਮੁਕਤ ਹੋ ਗਿਆ ਜੀ। ਸਾਧ ਰੂਪ ਸਿੰਘ ਜੀ, ਸਰਕਾਰਾਂ ਬਦਲਦੀਆਂ ਰਹਿਣਗੀਆਂ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 267 ਤੇ ਹੁਣ ਵੱਧਦੇ ਜਾਂਦੇ ਆ ਜੀ। ਉਹ ਸਾਰਿਆਂ ਦੀ ਜਾਂਚ ਇੱਕ ਦਿਨ ਡੈਫੀਨਿਟਲੀ ਕੰਪਲੀਟ ਹੋਊਗੀ ਜੀ। ਅੱਛਾ, ਜਿਹੜੇ ਦੋਸ਼ੀ ਆ, ਮੈਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਕਹਿਣਾ ਚਾਹੁੰਦਾ, ਮੁੱਖ ਮੰਤਰੀ ਉਹਨਾਂ ਕੋਲੇ। ਪਰ ਬੈਂਸ ਸਾਹਿਬ, ਕਿਸ ਤਰ੍ਹਾਂ ਹੋਏਗੀ? ਕਿਉਂਕਿ ਤੁਹਾਨੂੰ ਲੱਗਦਾ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਆ। ਮੈਂ ਬਿਲਕੁਲ ਹੈਗੇ ਹੋ ਜੀ। ਬਿਲਕੁਲ, ਮੈਂ ਕੰਪਲੇਂਟ ਫਾਈਲ ਕਰਕੇ ਆਇਆ। FIR ਕਰਨ ਵਾਸਤੇ ਕੰਪਲੇਂਟ ਹੀ ਚਾਹੀਦੀ ਆ ਨਾ। ਬਿਲਕੁਲ, ਬਲਵਿੰਦਰ ਸਿੰਘ ਬੈਂਸ ਤੇ ਲੋਕ ਇਨਸਾਫ ਪਾਰਟੀ ਕੰਪਲੇਂਟੈਂਟ ਆ, ਤੇ FIR ਕਰਨ ਚ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਕੀ ਇਤਰਾਜ਼ ਆ? ਜੇ ਅਸੀਂ ਕਹਿੰਦੇ ਆ ਕਿ ਕੈਪਟਨ ਤੇ ਬਾਦਲ ਰਲ ਗਏ ਤਾਂ ਵੀ ਕੈਪਟਨ ਸਾਹਿਬ ਤਕਲੀਫ ਮੰਨਦੇ ਆ। ਤੇ ਕੈਪਟਨ ਸਾਹਿਬ, ਇਹ ਦੁਨੀਆ ਰਵੇ ਨਾ ਰਵੇ, ਆਪਾਂ ਰਹੀਏ ਨਾ ਰਹੀਏ, ਪਰ ਪਰਮੇਸ਼ਰ ਦਾ ਨਾਮ ਜ਼ਰੂਰ ਰਹੂਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਗੁਰੂ ਜ਼ਰੂਰ ਰਹੂਗਾ। ਬਿਲਕੁਲ ਜੀ। ਮੈਂ ਕੈਪਟਨ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਕਿ ਕੈਪਟਨ ਸਾਹਿਬ, ਜਿਹੜੀ ਅਸੀਂ ਕੰਪਲੇਂਟ ਫਾਈਲ ਕੀਤੀ ਉਹਦੇ ਤੇ ਪਲੀਜ਼ ਸਿਰ ਝੁਕਾ ਕੇ ਬੇਨਤੀ ਕਰਦਾ ਕਿ FIR ਦਰਜ ਕਰਕੇ ਅੱਜ ਇਹਨਾਂ ਨੇ ਅਸਤੀਫੇ ਦਿੱਤੇ ਆ, ਬਾਈ ਨੇਮ ਇਹਨਾਂ ਨੂੰ ਰੱਖ ਕੇ ਜੀ ਇਨਵੈਸਟੀਗੇਸ਼ਨ ਸ਼ੁਰੂ ਕਰੋ। ਕੋਈ ਨਹੀਂ, ਜਿਹੜਾ ਇਹ ਕਹਿੰਦੇ ਆ ਨਾ ਵੀ ਸਰੂਪ ਲੈ ਕੇ ਸੇਵਕ ਲੈ ਗਏ, ਉਹ ਵੀ ਸਾਰਾ ਕੁਝ ਸਾਹਮਣੇ ਆ ਜਾਊ। ਠੀਕ ਹੈ।
ਵੀ ਕਿਹਨੇ ਦਵਾਏ, ਬਿਲਕੁਲ ਕਿਹੜਾ ਸੇਵਾਦਾਰ ਲੈ ਗਿਆ। ਇਹ ਸਾਹਮਣੇ ਆਉਣਾ ਵੀ ਚਾਹੀਦਾ ਜੀ, ਬਹੁਤ ਦੇ ਸਕਿਆ। ਬਿਲਕੁਲ ਵੀਰ ਜੀ, ਜੇ ਕਹਿੰਦੇ ਆ ਨਾ ਵੀ ਭੇਟਾ ਨਹੀਂ ਆਈ, ਭੇਟਾ ਰਹਿਤ ਚਲੇ ਗਏ, ਉਹਦੇ ਤੇ ਕਿਸੇ ਨੇ ਤਾਂ ਲਿਖਿਆ ਨਾ ਦਰਖਾਸਤ ਤੇ ਕਿ ਭੇਟਾ ਰਹਿਤ ਸਰੂਪ ਦਿੱਤੇ ਜਾਣ। ਅੱਜ ਜੇ ਡਾਕਟਰ ਰੂਪ ਸਿੰਘ ਜੀ ਚੁੱਪ ਨੇ, ਉਹ ਕਹਿੰਦੇ ਮੇਰੀ ਮਜਬੂਰੀ ਹੈ, ਇਹਦਾ ਮਤਲਬ ਆ ਵੀ ਕੱਲਾ ਪ੍ਰਧਾਨ ਸ਼ਾਮਲ ਨਹੀਂ। ਅੱਜ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਤੇ ਸਰਪ੍ਰਸਤ ਕਿਉਂ ਚੁੱਪ ਨੇ ਜੀ? ਸ਼੍ਰੋਮਣੀ ਅਕਾਲੀ ਦਲ ਦਾ ਸ਼ਾਨਾ ਮਤਾ ਇਤਿਹਾਸ ਹੈ ਜੀ, ਤੇ ਉਹ ਅੱਜ ਕਿੱਥੇ ਹੈ? ਬਿਲਕੁਲ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁੱਪ, ਉਹ ਕਹਿੰਦਾ ਜੀ ਅਸੀਂ ਕਾਰਵਾਈ ਨਹੀਂ ਕਰਨੀ। ਜੇ ਤੇਰੇ ਘਰੋਂ ਗਲਾਸ ਚੋਰੀ ਹੋ ਜਾਏ ਫਿਰ ਤਾਂ ਕਾਰਵਾਈ ਹੋਏ, ਤੇ ਜੇ ਅੱਜ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਲਾਪਤਾ ਨੇ ਤਾਂ ਤੁਸੀਂ ਕਿਉਂ ਅਸੀਂ ਕਾਨੂੰਨੀ ਕਾਰਵਾਈ ਨਹੀਂ ਕਰਨੀ? ਆ ਸਿੱਖ ਕੌਮ ਇਸ ਗੱਲ ਨੂੰ ਟੋਲਰੇਟ ਨਹੀਂ ਕਰੇਗੀ ਜੀ। ਕਾਰਵਾਈ ਡੈਫੀਨਿਟਲੀ ਹੋਣੀ ਚਾਹੀਦੀ ਹੈ। ਅਸੀਂ ਇਸ ਗੱਲ ਦਾ ਵਿਰੋਧ ਕਰਦੇ ਹਾਂ, ਮੰਗ ਕਰਦੇ ਹਾਂ ਕਿ FIR ਲੌਜ ਹੋਏ ਤੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਕਟਹਿਰੇ 'ਚ ਖੜਾ ਕਰਕੇ ਐਸੀ ਸਜ਼ਾ ਦਿੱਤੀ ਜਾਏ। ਸਿੰਘ ਸਾਹਿਬ ਜੀ ਨੂੰ ਵੀ ਬੇਨਤੀ ਕਰਦਾ ਕਿ ਰੋਟੀ ਬੇਟੀ ਦਾ ਬਾਈਕਾਟ, ਤਾਂ ਕਿ ਅੱਗੇ ਤੋਂ ਕੋਈ ਸਿੱਖ ਐਸੀ ਗੁਰੂ ਸਾਹਿਬ ਦੀ ਐਸੀ ਮਨ ਵਿੱਚ ਮੰਦ ਭਾਵਨਾ ਨਾਲ ਨਾ ਰੱਖੇ, ਐਸੀ ਕਾਰਵਾਈ ਕਰਨ ਦੀ ਜੁਰਤ ਨਾ ਕਰੇ। ਬਿਲਕੁਲ ਜੀ, ਇਹ ਸਿੱਖ ਕਿਹੜੇ ਰਹਿ ਗਏ ਜੀ ਫਿਰ ਜਿਹੜੇ ਇਸ ਤਰ੍ਹਾਂ ਦੀਆਂ ਕੋਝੀਆਂ ਹਰਕਤਾਂ ਕਰਨ, ਤੇ ਅਸੀਂ ਤਾਂ ਉਹਨਾਂ ਨੂੰ ਸਿੱਖ ਵੀ ਨਹੀਂ ਆ ਸਕਦੇ। ਸੋ ਬੈਂਸ ਸਾਹਿਬ ਬਹੁਤ ਤੁਹਾਡਾ ਬਹੁਤ ਧੰਨਵਾਦ ਜੀ। ਸਿੱਖ ਵੀ ਨਹੀਂ ਕਿਹਾ ਜਾ ਸਕਦਾ, ਤੁਸੀਂ ਬਿਲਕੁਲ ਦੁਰਸਤ ਕਿਹਾ। ਬਿਲਕੁਲ, ਉਹ ਸਿੱਖਾਂ ਦੇ ਭੇਸ ਵਿੱਚ ਸਿੱਖ ਕੌਮ ਨੂੰ ਖੋਰਾ ਲਾਉਣ ਵਾਲੇ ਹੋ ਸਕਦੇ ਆ। ਬਿਲਕੁਲ, ਬਹੁਤ ਸ਼ੁਕਰੀਆ ਜੀ ਬੈਂਸ ਸਾਹਿਬ, ਸਾਨੂੰ ਸਮਾਂ ਦੇਣ ਦੇ ਲਈ ਬਹੁਤ ਸ਼ੁਕਰੀਆ ਜੀ। ਸੋ ਬਲਵਿੰਦਰ ਸਿੰਘ ਬੈਂਸ ਹੋਰਾਂ ਨੂੰ ਤੁਸੀਂ ਸੁਣਿਆ ਜੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ, ਕਿਉਂਕਿ ਉਹ ਖੁਦ SGPC ਦੇ ਮੈਂਬਰ ਨੇ, ਇਸ ਕਰਕੇ ਉਹ ਸ਼ਿਕਾਇਤ ਦਰਜ ਕਰਕੇ ਆਏ ਨੇ ਇਸ ਮਾਮਲੇ ਦੇ ਸੰਬੰਧ ਦੇ ਵਿੱਚ। ਪਰ ਹੁਣ ਦੇਖਣਾ ਇਹ ਹੈ ਕਿ ਫਿਰ ਇਹ 'ਤੇ FIR ਅੱਗੇ ਦਰਜ ਹੋਏਗੀ ਜਾਂ ਨਹੀਂ ਹੋਏਗੀ। ਤੇ ਇਹਨਾਂ ਨੇ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੇ ਵੀ ਸਵਾਲ ਖੜੇ ਕੀਤੇ ਨੇ। ਸੋ ਨਾਲ ਦੀ ਨਾਲ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਦੀ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਅਕਾਲ ਚਲਾਣਾ ਕਰ ਗਏ ਨੇ ਜੀ, ਤੇ ਵੈਸੇ ਤਾਂ ਬੜੀ ਦੁੱਖ ਦੀ ਗੱਲ ਆ, ਪਰ ਆਲ ਇੰਡੀਆ ਸਿੱਖ ਯੂਥ ਫੈਡਰੇਸ਼ਨ ਨੇ ਮੰਗ ਕੀਤੀ ਆ, ਕਹਿੰਦੇ ਵੀ ਇਸ ਗੱਲ ਤੇ ਸ਼ੱਕ ਜਤਾਇਆ ਕਿ ਜਿਹੜੇ ਸਾਬਕਾ ਮੁੱਖ ਸਕੱਤਰ ਉਹ ਟਾਈਮਿੰਗ ਤੇ ਉਹਨਾਂ ਦੀ ਜੋ ਅਕਾਲ ਚਲਾਣਾ ਦੀ ਟਾਈਮਿੰਗ ਹੋਈ ਆ ਉਸ ਟਾਈਮਿੰਗ ਤੇ ਸ਼ੱਕ ਜਤਾਇਆ, ਤੇ ਇਹਦੇ ਸਰਪ੍ਰਸਤ ਨੇ ਜੀ ਕਰਨੈਲ ਸਿੰਘ ਪੀਰ ਮੁਹੰਮਦ ਸਾਹਿਬ, ਤੇ ਉਹਨਾਂ ਨੇ ਆਖਿਆ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਆ। ਤੇ ਕਿਤੇ ਨਾ ਕਿਤੇ ਉਹਨਾਂ ਨੇ ਯਾਨੀ ਕਿ ਗੜਬੜੀ ਦੀ ਸ਼ੰਕਾ ਜਤਾਈ ਆ, ਕਿਉਂਕਿ ਜਿਸ ਸਮੇਂ ਇਹ ਸਾਰੇ ਘਪਲੇਬਾਜ਼ੀਆਂ ਹੋਈਆਂ ਨੇ ਤੇ ਉਸ ਸਮੇਂ ਹਰਚਰਨ ਸਿੰਘ ਹੀ ਜਿਹੜੇ ਮੁੱਖ ਸਕੱਤਰ ਦੇ ਰੂਪ ਦੇ ਵਿੱਚ ਸੇਵਾਵਾਂ ਨਿਭਾ ਰਹੇ ਸੀ। ਸੋ ਅਸੀਂ ਗੱਲ ਹੁਣ ਕਰਦੇ ਹਾਂ ਜੀ ਡਾਕਟਰ ਰੂਪ ਸਿੰਘ ਦੇ ਮਾਮਲੇ ਤੇ। ਡਾਕਟਰ ਰੂਪ ਸਿੰਘ, ਮੈਂ ਦੱਸਿਆ ਕਿ ਉਹਨਾਂ ਨੇ ਇੱਕ ਲਿਖੀ ਆ, ਤੇ ਚਿੱਠੀ ਲਿਖ ਕੇ ਉਹਨਾਂ ਨੇ ਕਾਫੀ ਆਪਣਾ ਦਰਦ ਵੀ ਬਿਆਨ ਕੀਤਾ, ਗਿਲੇ ਸ਼ਿਕਵੇ ਵੀ ਕਮੇਟੀ ਤੇ ਵੀ, ਕਮੇਟੀ ਪ੍ਰਧਾਨ ਤੇ ਵੀ ਜਿਹੜੇ ਜ਼ਾਹਿਰ ਕੀਤੇ ਨੇ। ਪਰ ਕੋਸ਼ਿਸ਼ ਸਾਡੇ ਵੱਲੋਂ ਵੀ ਕੀਤੀ ਗਈ ਸੀ ਕਿ ਡਾਕਟਰ ਸਾਹਿਬ, ਜੇਕਰ ਪ੍ਰੈਸ ਨੋਟ ਤੁਸੀਂ ਇਸ ਤਰ੍ਹਾਂ ਦੇ ਨਾਲ ਜਾਰੀ ਕਰ ਰਹੇ ਹੋ, ਇਸ ਤਰ੍ਹਾਂ ਦਾ ਪੱਤਰ ਜਾਰੀ ਕਰ ਰਹੇ ਹੋ, ਤੇ ਫਿਰ ਥੋੜ੍ਹਾ ਕੈਮਰੇ 'ਤੇ ਆ ਕੇ ਜਾਂ ਮੀਡੀਆ 'ਤੇ ਪ੍ਰੋਗਰਾਮ ਦੇ ਵਿੱਚ ਸਾਡੇ 'ਤੇ ਆ ਕੇ ਤੁਸੀਂ ਥੋੜ੍ਹਾ ਜਿਹਾ ਦੱਸੋ ਤੇ ਆਪਣੇ ਆਪ ਨੂੰ ਕਲੀਅਰ ਕਰੋ, ਆਪਣੇ ਪੱਖ ਰੱਖੋ, ਤਾਂ ਜੋ ਜਿਸ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਪਰਿਵਾਰ ਦੀ ਬਦਨਾਮੀ ਹੋ ਰਹੀ ਹੈ ਤੇ ਉਸ ਬਦਨਾਮੀ ਨੂੰ ਤੁਸੀਂ ਬਚਾ ਸਕਦੇ ਹੋ ਜੇਕਰ ਤੁਹਾਨੂੰ ਕੋਈ ਜਾਣਕਾਰੀ ਹੈ ਜਾਂ ਜਿਹੜੇ ਵੀ ਤੁਹਾਨੂੰ ਪੱਖ ਪਤਾ ਨੇ। ਹੁਣ ਜਿੱਦਾਂ ਤੁਸੀਂ ਚਿੱਠੀ ਦੇ ਵਿੱਚ ਆ ਕੇ ਕਹਿ ਰਹੇ ਹੋ, ਤੇ ਇਹੀ ਗੱਲਾਂ ਤੁਸੀਂ ਬੋਲ ਕੇ ਵੀ ਜੇਕਰ ਅਗਰ ਕਹੋਗੇ ਤੇ ਜ਼ਿਆਦਾ ਚੰਗਾ ਹੋਏਗਾ ਜੀ, ਤੇ ਸਿੱਖ ਕੌਮ ਉਸ ਨੂੰ ਇੱਕ ਚੰਗਾ ਕਦਮ ਮੰਨੇਗੀ। ਸੋ ਮੈਂ ਥੋੜ੍ਹੀ ਜਿਹਾ ਲਾਈਨਾਂ ਦੱਸ ਦਿੰਦਾ ਜੀ ਕੀ ਲਿਖਿਆ ਡਾਕਟਰ ਰੂਪ ਸਿੰਘ ਨੇ। ਤੇ ਸ਼ੁਰੂਆਤ ਦੇ ਵਿੱਚ ਡਾਕਟਰ ਰੂਪ ਸਿੰਘ ਲਿਖਦੇ ਨੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਘਟਣ, ਗੁੰਮ, ਲਾਪਤਾ ਹੋਣ ਸੰਬੰਧੀ ਚੱਲ ਰਹੇ ਹਿਰਦੇ ਵੇਦਕ ਵਾਦ ਵਿਵਾਦ ਨਾਲ ਸਿੱਖ ਸੰਗਤਾਂ ਦੇ ਨਾਲ ਮੈਂ ਵੀ ਮਾਨਸਿਕ ਤੌਰ ਤੇ ਅਸਹਿ ਪੀੜਾ ਦੇ ਵਿੱਚ ਹਾਂ। ਉਸੇ ਤਕਲੀਫ ਅਤੇ ਵੇਦਨਾ ਦੇ ਪ੍ਰਭਾਵ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਮੁੱਖ ਸਕੱਤਰ ਹੋਣ ਨਾਤੇ ਸਿਰਫ ਅਤੇ ਸਿਰਫ ਨੈਤਿਕਤਾ ਦੇ ਆਧਾਰ ਤੇ ਮੈਂ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਯਾਨੀ ਕਿ ਕਹਿ ਰਹੇ ਨੇ ਕਿ ਸਿਰਫ ਨੈਤਿਕਤਾ ਦੇ ਆਧਾਰ ਤੇ ਮੈਂ ਅਹੁਦੇ ਤੋਂ ਅਸਤੀਫਾ ਦਿੱਤਾ ਸੀ, ਕਿਉਂਕਿ ਜਿਸ ਸਮੇਂ ਇਹ ਸਾਰੇ ਘਪਲੇ ਹੋਏ ਨੇ, ਸਾਰਾ ਘਟਨਾਕ੍ਰਮ ਹੋਇਆ, ਤੇ ਉਦੋਂ ਮੈਂ ਮੁੱਖ ਸਕੱਤਰ ਦੇ ਅਹੁਦੇ ਤੇ ਸੀ। ਇਸ ਕਰਕੇ ਮੇਰੀ ਜ਼ਿੰਮੇਵਾਰੀ ਬਣਦੀ ਸੀ ਕਿ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਾਂ। ਅੱਗੇ ਕੀ ਕਹਿੰਦੇ ਆ ਜੀ, ਉਹ ਕਹਿ ਰਹੇ ਆ ਕਿ
ਜੋ ਮੀਡੀਆ ਦੀਆਂ ਖਬਰਾਂ ਅਨੁਸਾਰ ਅੰਤਰਿਮ ਕਮੇਟੀ ਦੀ ਮੀਟਿੰਗ ਜੋ ਕਿ ਪਹਿਲਾਂ ਹੋਈ ਸੀ ਉਹਦੇ ਵਿੱਚ ਮੇਰਾ ਅਸਤੀਫਾ ਪ੍ਰਵਾਨ ਹੋ ਚੁੱਕਿਆ ਸੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਹਿੱਤ ਨੈਤਿਕਤਾ ਦੇ ਆਧਾਰ ਤੇ ਮੇਰੇ ਵੱਲੋਂ ਦਿੱਤੇ ਗਏ ਅਸਤੀਫੇ ਉਪਰੰਤ ਸੰਗਤ ਵੱਲੋਂ ਪ੍ਰਧਾਨ ਸਾਹਿਬ ਤੋਂ ਵੀ ਅਸਤੀਫੇ ਦੀ ਮੰਗ ਉੱਠੀ ਤਾਂ ਕੁਝ ਦਿਨਾਂ ਬਾਅਦ ਪ੍ਰਧਾਨ ਸਾਹਿਬ ਯਾਨੀ ਕਿ ਗੋਬਿੰਦ ਸਿੰਘ ਲੌਂਗੋਵਾਲ ਸਾਹਿਬ ਤਾਂ ਪ੍ਰਧਾਨ ਸਾਹਿਬ ਟੀਵੀ ਚੈਨਲ ਕੇਵਲ ਇੱਕ ਖਾਸ ਟੀਵੀ ਚੈਨਲ ਤੇ ਆ ਕੇ ਕਹਿੰਦੇ ਕਿ ਉਹਨਾਂ ਦਾ ਨਾਂ ਦੋਸ਼ੀਆਂ ਦੀ ਸੂਚੀ ਦੇ ਵਿੱਚ ਨਹੀਂ ਹੈ ਤੇ ਡਾਕਟਰ ਰੂਪ ਸਿੰਘ ਦਾ ਨਾਂ ਦੋਸ਼ੀਆਂ ਦੀ ਸੂਚੀ ਦੇ ਵਿੱਚ ਸ਼ਾਮਲ ਹੈ, ਇਸੇ ਕਰਕੇ ਡਾਕਟਰ ਰੂਪ ਸਿੰਘ ਦੋਸ਼ੀ ਹੈ। ਤੇ ਇਹ ਗੱਲ ਡਾਕਟਰ ਰੂਪ ਸਿੰਘ ਨੇ ਆਪਣੇ ਇਸ ਪੱਤਰ ਦੇ ਵਿੱਚ ਕਰੀ ਹੈ ਜੀ, ਜਾਣੀ ਕਿ ਸਿੱਧੇ ਤਰੀਕੇ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਇੱਕ ਤਰ੍ਹਾਂ ਦੇ ਨਾਲ ਇਹਨਾਂ ਨੇ ਸਵਾਲ ਚੁੱਕੇ ਨੇ ਤੇ ਇਹਨਾਂ ਨੇ ਅੱਗੇ ਆਖਿਆ ਕਿ ਜੇ ਪ੍ਰਧਾਨ ਸਾਹਿਬ ਜੀ ਜੇ ਮੈਂ ਪੜਤਾਲ ਦੇ ਵਿੱਚ ਦੋਸ਼ੀ ਸੀ ਤਾਂ ਤੁਹਾਨੂੰ ਮੇਰਾ ਅਸਤੀਫਾ ਅਪਰਵਾਨ ਕਰਕੇ ਨਾ ਮੰਨ ਕੇ ਮੇਰੇ ਤੇ ਕਾਰਵਾਈ ਕਰਨੀ ਚਾਹੀਦੀ ਸੀ, ਨਾ ਕਿ ਇਹ ਕਿ ਮੈਂ ਅਸਤੀਫਾ ਭੇਜਿਆ ਤੁਸੀਂ ਮੇਰਾ ਅਸਤੀਫਾ ਪ੍ਰਵਾਨ ਕਰ ਲਿਆ ਤੇ ਗੱਲ ਖਤਮ। ਤੇ ਡਾਕਟਰ ਰੂਪ ਸਿੰਘ ਕਹਿੰਦੇ ਨੇ ਕਿ ਮੇਰਾ ਅਸਤੀਫਾ ਤੁਸੀਂ ਅਪਰਵਾਨ ਕਰਦੇ, ਉਹਨੂੰ ਮਨਜ਼ੂਰ ਨਾ ਕਰਦੇ ਤੇ ਮੈਨੂੰ ਵਿੱਚ ਰੱਖ ਕੇ ਮੇਰੇ ਤੇ ਕਾਰਵਾਈ ਕਰਦੇ ਤੇ ਮੈਂ ਉਦੋਂ ਖੁਸ਼ੀ ਮਹਿਸੂਸ ਕਰਦਾ ਸੀ। ਤੇ ਇਹ ਗੱਲਾਂ ਆਖਰੇ ਜੀ ਕਹਿੰਦੇ ਸੱਚਾਈ ਇਹ ਹੈ ਕਿ ਅੱਜ ਤੱਕ ਮੈਨੂੰ ਦਫ਼ਤਰੀ ਤੌਰ ਤੇ ਕੋਈ ਸੂਚਨਾ ਨਹੀਂ ਸੀ ਕਿ ਮੇਰੇ ਅਸਤੀਫੇ ਤੇ ਕੀ ਕਾਰਵਾਈ ਕੀਤੀ ਹੈ ਤੇ ਨਾ ਕੋਈ ਦੋਸ਼ ਪੱਤਰ ਮੈਨੂੰ ਮਿਲਿਆ ਜਿਸ ਤੋਂ ਮੈਨੂੰ ਮੇਰੇ ਦੋਸ਼ ਸਮਝਣ ਲੱਗਣ। ਅਜਿਹੇ ਗੰਭੀਰ ਮਾਮਲੇ ਤੇ ਤਿਆਰ ਕੀਤਾ ਗਿਆ ਮਤਾ ਰਿਲੀਜ਼ ਕਰਕੇ ਦਫ਼ਤਰੀ ਆਰਡਰ ਕਰਨਾ ਚਾਹੀਦਾ ਸੀ ਜੋ ਅੱਜ ਤੱਕ ਮੈਨੂੰ ਨਹੀਂ ਮਿਲਿਆ ਤੇ ਮੇਰੀ ਬਦਨਾਮੀ ਦੇ ਕਾਰਨ ਮੇਰੇ ਸਮਾਜਿਕ ਮਾਨਸਿਕ ਜੀਵਨ ਦੀ ਹੱਤਿਆ ਹੋਈ ਹੈ। ਮੈਨੂੰ ਤੇ ਮੇਰੇ ਪਰਿਵਾਰ ਨੂੰ ਗੰਭੀਰ ਮਾਨਸਿਕ ਸੰਤਾਪ ਵਿੱਚੋਂ ਗੁਜ਼ਰਨਾ ਪੈ ਰਿਹਾ। ਜੇਕਰ ਮੇਰੇ ਨਾਲ ਕੋਈ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ। ਮੈਂ ਗੁਰੂ ਗ੍ਰੰਥ ਸਾਹਿਬ ਗੁਰੂ ਪੰਥ ਨੂੰ ਸਮਰਪਿਤ ਸੀ, ਅੱਜ ਵੀ ਹਾਂ ਤੇ ਹਮੇਸ਼ਾ ਰਹਾਂਗਾ। ਗੁਰੂ ਸਾਹਿਬ ਆਪਣੇ ਬਿਰਧ ਦੀ ਪੈਜ ਆਪ ਰੱਖ ਲੈਣ। ਹਾਂ, ਜੇਕਰ ਮੈਂ ਇੱਕ ਵੀ ਪਾਵਨ ਸਰੂਪ ਨਿਰਧਾਰਤ ਪ੍ਰਕਿਰਿਆ ਮਰਿਆਦਾ ਦੀ ਉਲੰਘਣਾ ਕਰਦਿਆਂ ਕਿਸੇ ਨੂੰ ਦਿੱਤਾ ਹੋਵੇ ਤਾਂ ਮੈਂ ਹਰ ਤਰ੍ਹਾਂ ਦੀ ਪੰਥਕ ਸਮਾਜਿਕ ਸਜ਼ਾ ਭੁਗਤਣ ਲਈ ਤਿਆਰ ਹਾਂ ਤੇ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਪੜਤਾਲ ਦੇ ਵਿੱਚ ਵੀ ਮੈਂ ਸਹਿਯੋਗ ਕਰਨ ਦੇ ਲਈ ਤਿਆਰ ਹਾਂ। ਤੇ ਉਹ ਕਹਿ ਰਹੇ ਜੀ ਪੱਤਰ ਦੇ ਵਿੱਚ ਕਿ ਮੈਨੂੰ ਕੈਨੇਡਾ ਜਾਣਾ ਪੈ ਗਿਆ ਸੀ ਕਿਉਂਕਿ ਪਰਿਵਾਰਕ ਕੋਈ ਮਜਬੂਰੀ ਸੀ, ਇਸ ਕਰਕੇ ਉਹਨਾਂ ਨੇ ਲੋਕਡਾਊਨ ਤੋਂ ਪਹਿਲਾਂ ਹੀ ਜਿਹੜੀ ਆਪਣੀ ਟਿਕਟ ਕਟਾ ਲਈ ਸੀ, ਪਰ ਲੋਕਡਾਊਨ ਹੋਇਆ ਤੇ ਉਦੋਂ ਫਲਾਈਟਾਂ ਰੁਕ ਗਈਆਂ ਤੇ ਫਿਰ ਵਿੱਚ ਨੂੰ ਉਹਨਾਂ ਨੂੰ ਇੱਕ ਫਲਾਈਟ ਮਿਲੀ ਤੇ ਮੌਕਾ ਮਿਲਿਆ ਤੇ ਫਿਰ ਉਹ ਪ੍ਰਧਾਨ ਸਾਹਿਬ ਤੋਂ ਛੁੱਟੀ ਲੈ ਕੇ ਤੇ ਫਿਰ ਉਹ ਕੈਨੇਡਾ ਚਲੇ ਗਏ ਸੀ ਤੇ ਉਸ ਤੋਂ ਬਾਅਦ ਹੀ ਜਿਹੜਾ ਕੁਛ ਸਾਰੀ ਘਟਨਾਕ੍ਰਮ ਹੋਇਆ ਉਸ ਤੋਂ ਅਸੀਂ ਸਾਰੇ ਜਾਣੂ ਹਾਂ ਜੀ। ਤੇ ਅੱਗੇ ਇਹਨਾਂ ਨੇ ਇਹੀ ਥੋੜ੍ਹਾ ਵੇਰਵਾ ਦਿੱਤਾ ਕਿ ਕਦੋਂ ਗਏ ਕਦੋਂ ਉਹ ਵਾਪਸ ਆਏ ਤੇ ਇਹ ਕਹਿ ਰਹੇ ਕਿ ਮੈਂ ਪ੍ਰਧਾਨ ਸਾਹਿਬ ਤੇ ਦਫ਼ਤਰ ਨੂੰ ਦੱਸ ਕੇ ਗਿਆ ਸੀ ਕਿ ਮੈਂ ਕੈਨੇਡਾ ਜਾ ਰਿਹਾ ਤੇ ਇਸ ਵਿੱਚ ਭਗੌੜੇ ਹੋਣ ਵਾਲੀ ਕਿਹੜੀ ਗੱਲ ਹੈ ਤੇ ਮੇਰੀ ਸਮਝ ਤੋਂ ਬਾਹਰ ਆ ਕਿ ਮੈਨੂੰ ਭਗੌੜਾ ਆਖਿਆ ਗਿਆ। ਮੀਡੀਆ ਦੇ ਵਿੱਚ ਵੀ ਮੀਡੀਆ ਦੇ ਨਾਲ ਵੀ ਥੋੜ੍ਹਾ ਜਿਹਾ ਇਹਨਾਂ ਨੇ ਕਿਹਾ ਕਿ ਮੀਡੀਆ ਦੇ ਵਿੱਚ ਵੀ ਮੇਰੀ ਬਦਨਾਮੀ ਕੀਤੀ ਗਈ ਆ। ਤੇ ਤੀਜਾ ਮੁੱਦਾ ਜਿਹੜਾ ਇੱਕ ਸੁਣਨ ਵਾਲੀ ਗੱਲ ਹੈ ਜੀ ਇਸੇ ਚਿੱਠੀ ਦੇ ਵਿੱਚ ਹੈ। ਤੀਸਰਾ ਮੁੱਦਾ ਇਹ ਲਿਖਦੇ ਨੇ ਕਿ ਕਮਲਜੀਤ ਸਿੰਘ ਸਾਬਕਾ ਸੁਪਰਵਾਈਜ਼ਰ ਦਾ ਦਫ਼ਤਰੀ ਨੋਟ ਜੋ 20 ਫਰਵਰੀ 2020 ਜਿਸ ਦੇ ਵਿੱਚ ਉਸਨੇ 80 ਪਾਵਨ ਸਰੂਪ ਜਮ੍ਹਾਂ ਖਰਚ ਕਰਨ ਦੀ ਆਗਿਆ ਮੰਗੀ ਸੀ, ਮੇਰੀ ਮੰਦਭਾਵਨਾ ਜਾਂ ਦੋਸ਼ ਤਾਂ ਸਮਝਿਆ ਜਾਂਦਾ ਜੇ ਮੈਂ ਉਸ ਦਫ਼ਤਰੀ ਨੋਟ ਉੱਪਰ ਆਗਿਆ ਕੀਤੀ ਹੁੰਦੀ, ਪਰ ਮੈਂ ਤਾਂ ਉਸ ਨੋਟ ਤੇ ਸੰਬੰਧਿਤ ਮੀਤ ਸਕੱਤਰ ਤੋਂ ਹੀ ਰਿਪੋਰਟ ਲਿਖਤੀ ਰੂਪ ਦੇ ਵਿੱਚ ਮੰਗ ਲਈ ਸੀ ਤੇ ਉਸ ਰਿਪੋਰਟ ਦੇ ਆਧਾਰ ਤੇ ਹੀ ਦਫ਼ਤਰੀ ਫਲਾਇੰਗ ਵਿਭਾਗ ਦੀ ਪੜਤਾਲ ਸ਼ੁਰੂ ਹੋਈ ਜਿਸ ਦੇ ਵਿੱਚ ਪਾਵਨ ਸਰੂਪਾਂ ਦੇ ਘਟਣ ਦਾ ਪਤਾ ਲੱਗਿਆ। ਤੇ ਫਿਰ ਇਹ ਕਹਿੰਦੇ ਕਿ ਮੈਂ ਦੋਸ਼ੀ ਕਿਵੇਂ ਹੋ ਸਕਦਾ। ਸੋ ਇਸ ਤਰ੍ਹਾਂ ਦਾ ਜਿਹੜਾ ਇੱਕ ਕਾਫੀ ਲੰਬਾ ਚੌੜਾ ਜਿਹੜਾ ਪੱਤਰ ਆ ਉਹ ਸਾਬਕਾ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਹੋਰਾਂ ਵੱਲੋਂ ਅੱਜ ਇਹ ਵੀ ਜਾਰੀ ਕੀਤਾ ਗਿਆ। ਹੋ ਸਕਦਾ ਕਿ ਕੱਲ੍ਹ ਦੇ ਅਖਬਾਰਾਂ ਦੇ ਵਿੱਚ ਜਾਂ ਤੁਸੀਂ ਜੇ ਅੱਜ ਦਾ ਤਾਂ ਇਹ ਕੱਲ੍ਹ ਪੜ੍ਹੋਗੇ ਜੀ। ਬਿਲਕੁਲ ਇਹ ਸਵੇਰੇ ਅੱਜ 5 ਸਤੰਬਰ ਦਾ ਹੀ ਇਹ ਜਾਰੀ ਹੋਇਆ ਤੇ ਕੱਲ੍ਹ ਨੂੰ ਵੱਖ-ਵੱਖ ਅਖਬਾਰਾਂ ਦੇ ਵਿੱਚ ਵੀ ਤੁਹਾਨੂੰ ਇਹ ਪੜ੍ਹਨ ਨੂੰ ਪੱਤਰ ਡਾਕਟਰ ਰੂਪ ਸਿੰਘ ਦਾ ਮਿਲ ਜਾਏਗਾ। ਸੋ ਬਹੁਤ ਸਾਰੀਆਂ ਗੱਲਾਂ ਨੇ ਜੀ, ਪਰ ਸਵਾਲ ਇਹੀ ਹੈ ਕਿ ਸਿੱਖ ਕੌਮ ਤਾਂ ਸਵਾਲ ਪੁੱਛੇਗੀ। ਜੋ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਸਿੱਖ ਨੇ ਜਾਂ ਹੋਰ ਵੀ ਧਰਮਾਂ ਦੇ ਬਹੁਤ ਸਾਰੇ ਅਜਿਹੇ ਲੋਕ ਨੇ ਜਿਨ੍ਹਾਂ ਦਾ ਧਰਮ ਹੋਰ ਆ ਪਰ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੂਰੀ ਸ਼ਰਧਾ ਰੱਖਦੇ ਨੇ ਤੇ ਉਹ ਵੀ ਸਵਾਲ ਕਰ ਰਹੇ ਨੇ ਅੱਜ ਐਜੀਪੀਸੀ ਕਮੇਟੀ ਨੂੰ ਕਿ ਬਈ ਇਸ ਤਰ੍ਹਾਂ ਦੇ ਨਾਲ ਕੰਮ ਨਹੀਂ ਚੱਲੂਗਾ। ਜੇਕਰ ਦੋਸ਼ੀ ਪਾਏ ਗਏ ਨੇ ਅਧਿਕਾਰੀ ਤਾਂ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਨੂੰ ਸਜ਼ਾ ਦਿਓ ਨਾ। ਤੇ ਜਿਸ ਤਰੀਕੇ ਦੇ ਨਾਲ ਥੋੜ੍ਹੀ ਬਹੁਤੀ ਜਾਂਚ ਪੁਲਿਸ ਨੂੰ ਵੀ ਕਰ ਲੈਣ ਦਿਓ ਤਾਂ ਕਿ ਹੋ ਸਕਦਾ ਕਿ ਕੁਝ ਹੋਰ ਮਾਮਲਾ ਵੀ ਨਿਕਲ ਆਏ। ਪਰ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਜੀ, ਸੇਵਾ ਸਿੰਘ ਸੇਖਵਾਂ ਸਾਹਿਬ ਵੀ ਇਸ ਤੇ ਨੋਟਿਸ ਕਰਕੇ ਗਏ ਨੇ ਕਿ
328 ਤੋਂ ਬਾਅਦ ਹੁਣ ਜਿਹੜੇ 514 ਤੱਕ ਜਿਹੜੇ ਸਰੂਪ ਨੇ ਲਾਪਤਾ, ਉਹ 514 ਤੱਕ ਗਿਣਤੀ ਇਹ ਪਹੁੰਚ ਰਹੀ ਹੈ ਸਾਡੇ ਪਾਵਨ ਸਰੂਪਾਂ ਦੀ। ਤੇ ਰਿਪੋਰਟ ਦੇ ਵਿੱਚ ਜਿਹੜੀ ਜਨਤਕ ਹੋ ਰਹੀ ਹੈ ਰਿਪੋਰਟ, ਉਹਦੇ ਵਿੱਚ ਕਿਹਾ ਜਾ ਰਿਹਾ ਕਿ ਅਧਿਕਾਰੀਆਂ ਨੇ ਅੱਗੇ ਸਿੱਧੇ ਹੀ ਸੰਗਤ ਨੂੰ ਇਹ ਸਰੂਪ ਵੇਚ ਦਿੱਤੇ ਸੀ ਤੇ ਜਿਹੜਾ ਉਹਦਾ ਪੈਸਾ ਲਿਆ ਸੀ ਉਹ ਅਧਿਕਾਰੀ ਆਪ ਹੀ ਰੱਖ ਗਏ। ਤੇ ਇਹ ਵੀ ਇੱਕ ਵੱਡੀ ਗੱਲ ਹੈ ਕਿ ਜੇਕਰ ਇਸ ਤਰ੍ਹਾਂ ਦਾ ਹੋ ਰਿਹਾ ਸੀ ਤੇ ਫਿਰ ਪਹਿਲਾਂ ਕਿਉਂ ਨਹੀਂ ਪਤਾ ਲੱਗਿਆ। ਫਿਰ ਮੁੱਖ ਸਕੱਤਰ ਸਾਹਿਬ ਤੇ ਵੀ ਗੱਲ ਆਉਂਦੀ ਆ ਤੇ ਜਿਹੜੇ ਸੀਏ ਸੀ ਤੇ ਹਾਂ ਮੁੱਖ ਸਕੱਤਰ ਨੇ ਇਹ ਵੀ ਇੱਕ ਆਪਣੇ ਪੱਤਰ ਦੇ ਵਿੱਚ ਜ਼ਿਕਰ ਕੀਤਾ। ਉਹ ਕਹਿੰਦੇ ਵੀ ਜੇ ਸਾਰਾ ਰਿਕਾਰਡ ਮੈਂ ਹੀ ਰੱਖਣਾ ਸੀ, ਜੇ ਹੁਣ ਸਾਰੀ ਤੁਸੀਂ ਗੱਲ ਮੇਰੇ ਤੇ ਇਲਜ਼ਾਮ ਮੇਰੇ ਤੇ ਥਾਪ ਰਹੇ ਹੋ ਕਿ ਮੁੱਖ ਸਕੱਤਰ ਇਹ ਜ਼ਿੰਮੇਵਾਰ ਹੈ ਜੀ, ਉਹ ਕਹਿੰਦੇ ਫਿਰ ਅਕਾਊਂਟ ਬ੍ਰਾਂਚ ਕਿਉਂ ਚਲਾ ਰਹੀ ਹੈ SGPC? ਅਕਾਊਂਟ ਬ੍ਰਾਂਚ ਦੇ ਵਿੱਚ ਜਿਹੜੇ ਤੁਸੀਂ ਲੱਖਾਂ ਕਰੋੜਾਂ ਰੁਪਏ ਦੀਆਂ ਤਨਖਾਹਾਂ ਦੇ ਰਹੇ ਹੋ, ਇੰਨੇ ਕਰਮਚਾਰੀ ਤੁਹਾਡੇ ਭਰਤੀ ਕੀਤੇ ਹੋਏ ਨੇ, ਫਿਰ ਉਹਨਾਂ ਦੀ ਕੀ ਲੋੜ ਹੈ ਜੇ ਮੁੱਖ ਸਕੱਤਰ ਨਹੀਂ ਦੇਖਣਾ? ਤੇ ਇਹ ਵੀ ਇੱਕ ਸਵਾਲ ਹੈ ਜੀ। ਲੇਕਿਨ ਹਾਲਾਂਕਿ ਜਿਹੜੇ ਸੀਏ ਸੀ ਤੇ ਉਸ ਤੇ ਵੀ ਜਿਹੜੀ ਆ ਬਰਖਾਸਤਗੀ ਕਾਰਵਾਈ ਉਹਦੇ ਤੇ ਹੋਰ ਵੀ ਜਿਹੜਾ ਅਮਲ ਲਿਆਂਦੀ ਜਾ ਰਹੀ ਹੈ। ਪਰ ਫਿਰ ਉਹੀ ਗੱਲ ਹੈ ਨਾ ਕਿ ਹੁਣ ਸਾਰਿਆਂ ਨੂੰ ਇਹ ਧਾਰਮਿਕ ਸਜ਼ਾਵਾਂ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਇਹ ਤਾਂ ਕੋਈ ਸਜ਼ਾ ਹੀ ਨਾ ਹੋਈ ਜੀ, ਇਹ ਤਾਂ ਬੜੀ ਸੌਖੀ ਜੀ ਗੱਲ ਹੈ। ਫਿਰ ਤਾਂ ਤੁਸੀਂ ਸਿੱਧੇ ਤੌਰ ਤੇ ਜਿਹੜੇ ਬਾਕੀ ਦੇ ਤੁਹਾਡੇ ਆਪਣੇ SGPC ਦੇ ਅਧਿਕਾਰੀ ਨੇ ਉਹਨਾਂ ਨੂੰ ਇੱਕ ਹੋਰ ਮੌਕਾ ਦੇ ਰਹੇ ਹੋ। ਗਾਹਾਂ ਜਿਹੜੇ ਹੋਰ ਤੁਹਾਡੇ ਅਧਿਕਾਰੀ ਨੇ ਉਹਨਾਂ ਨੂੰ ਵੀ ਤੁਸੀਂ ਇਹ ਗੱਲ ਦੱਸ ਰਹੇ ਹੋ ਕਿ ਜੀ ਇੱਥੇ ਕੁਛ ਮਰਜ਼ੀ ਕਰੀ ਜਾਓ, ਕੋਈ ਸਜ਼ਾ ਤਾਂ ਮਿਲਣੀ ਨਹੀਂ। ਜੇ ਸਜ਼ਾ ਵੀ ਮਿਲੂਗੀ ਤਾਂ ਜੁੱਤੀਆਂ ਸਾਫ਼ ਕਰ ਲਾਂਗੇ ਜੀ, ਗੁਰਦੁਆਰਾ ਸਾਹਿਬ ਜਾ ਕੇ ਭਾਂਡੇ ਸਾਫ਼ ਕਰ ਲਾਂਗੇ ਤੇ ਆਪਣੀ ਫਿਰ ਸਜ਼ਾ ਕੰਪਲੀਟ ਹੋ ਜਾਏਗੀ। ਤੇ ਇਹ ਤਾਂ ਤੁਸੀਂ ਫਿਰ ਵੱਖਰੀ ਗੱਲ ਤੁਸੀਂ ਦੱਸ ਰਹੇ ਹੋ, ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਹੋਏ ਨੇ, ਲਾਪਤਾ ਹੋਏ ਨੇ ਜੀ। ਤੇ ਇਸ ਕਰਕੇ ਇਹਦੀ ਕਾਨੂੰਨੀ ਕਾਰਵਾਈ ਕਰਾਉਣੀ ਬਣਦੀ ਹੈ। ਤੇ ਇਹ ਨਹੀਂ ਹੈ ਕਿ SGPC ਜਿੱਦਾਂ ਪ੍ਰਧਾਨ ਸਾਹਿਬ ਕਹਿ ਰਹੇ ਨੇ ਕਿ SGPC ਪੂਰੀ ਤਰ੍ਹਾਂ ਦੇ ਨਾਲ ਸਮਰੱਥ ਹੈ ਜੀ, ਅਸੀਂ ਆਪ ਹੀ ਸਜ਼ਾਵਾਂ ਅਸੀਂ ਦੇ ਸਕਦੇ ਹਾਂ। ਤੇ ਇੱਦਾਂ ਦੀਆਂ ਗੱਲਾਂ ਉਹ ਹੁਣ ਸ਼ਾਇਦ ਹੀ ਜਿਹੜੀਆਂ ਨਹੀਂ ਚੱਲਣੀਆਂ ਜੀ, ਕਿਉਂਕਿ ਲੋਕ ਸਵਾਲ ਕਰਦੇ ਨੇ, ਚਾਹੇ ਉਹ ਕੋਈ ਪਾਰਟੀ ਹੈ, ਚਾਹੇ ਉਹ ਕੋਈ ਸੰਸਥਾ ਜਿਹੜੀ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ। ਲੋਕਾਂ ਦਾ ਪੂਰਾ ਹੱਕ ਹੈ ਕਿ ਸਵਾਲ ਕੀਤਾ ਜਾਏ, ਕਿਉਂਕਿ ਜੇ ਲੋਕ ਇੰਨੀ ਤੁਹਾਡੇ ਤੇ ਵਿਸ਼ਵਾਸ ਕਰਕੇ ਤੁਹਾਨੂੰ ਇਸ ਇੰਨੇ ਵੱਡੇ ਅਦਾਰੇ ਦੀ ਜ਼ਿੰਮੇਵਾਰੀ ਸੌਂਪ ਰਹੇ ਨੇ, ਸਿੱਖ ਕੌਮ ਸੌਂਪ ਰਹੀ ਆ, ਤੇ ਫਿਰ ਤੁਹਾਨੂੰ ਉਸ ਵਿਸ਼ਵਾਸ 'ਤੇ ਖਰਾ ਉਤਰਨਾ ਪਊਗਾ। ਇਹ ਨਹੀਂ ਹੋਏਗਾ ਕਿ ਸਿੱਖ ਕੌਮ ਨੇ ਤੁਹਾਨੂੰ ਉਸ ਅਹੁਦੇ 'ਤੇ ਬਿਠਾਤਾ ਤੇ ਫਿਰ ਤੁਸੀਂ ਆਪਣੀ ਮਨਮਰਜ਼ੀ ਕਰੋ, ਕਮੇਟੀ ਦੀ ਬੈਠਕ ਕਰੋ ਤੇ ਅੰਤਰਿੰਗ ਕਮੇਟੀ ਦੇ ਵਿੱਚ ਵੀ ਆਪਣੇ ਵੱਲੋਂ ਹੀ ਦੱਸੇ ਗਏ ਜਿਹੜੇ ਮਤੇ ਸੀ ਉਹ ਪਾਸ ਕਰੀ ਜਾਓ ਤੇ ਜਿਸ ਤਰ੍ਹਾਂ ਦਾ ਪ੍ਰਧਾਨ ਸਾਹਿਬ ਕਹਿ ਰਹੇ ਨੇ ਤੇ ਫਿਰ ਉਸ ਤਰ੍ਹਾਂ ਦੀਆਂ ਜਿਹੜੀਆਂ ਸਿਫਾਰਸ਼ਾਂ ਨੇ ਉਹ ਲਾਗੂ ਹੋ ਜਾਣਗੀਆਂ। ਸੋ ਇਸੇ ਕਰਕੇ ਜੀ ਮੰਗ ਕੀਤੀ ਜਾ ਰਹੀ ਹੈ, ਕਿਉਂਕਿ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਚੋਣਾਂ ਨੇ ਉਹ ਹੋਣੀਆਂ ਚਾਹੀਦੀਆਂ ਨੇ। ਸੋ ਜੇਕਰ ਇਸ ਤਰੀਕੇ ਦੇ ਨਾਲ ਆਪਣੇ ਆਪ ਹੀ ਜਿਹੜੀ ਹੈ ਕਮੇਟੀ ਨਵੇਂ ਸਿਰੇ ਤੋਂ ਹਰ ਸਾਲ ਨਵੇਂ ਸਿਰੇ ਤੋਂ ਬਣ ਜਾਂਦੀ ਹੈ, ਆਪਣੇ ਆਪ ਹੀ ਜਿਹੜੇ ਪ੍ਰਧਾਨ ਥਾਪੇ ਜਾਂਦੇ ਨੇ, ਤੇ ਫਿਰ ਕਾਰਜ ਪ੍ਰਣਾਲੀ 'ਤੇ ਬਹੁਤ ਵੱਡਾ ਜਿਹੜਾ ਅਸਰ ਪੈਂਦਾ। ਇਕੱਲੀ ਸ਼੍ਰੋਮਣੀ ਕਮੇਟੀ ਨਹੀਂ, ਹੋਰ ਕਿਸੇ ਵੀ ਅਦਾਰੇ ਨੂੰ ਤੁਸੀਂ ਦੇਖ ਲਓ ਕਿ ਜਦੋਂ ਤੱਕ ਉਹਦੀ ਲੋਕਤੰਤਰਿਕ ਢੰਗ ਦੇ ਨਾਲ ਜਿਹੜੀ ਉਹਦੀ ਚੋਣ ਆ, ਨਿਯੁਕਤੀ ਆ, ਉਹ ਨਹੀਂ ਹੁੰਦੀ, ਉਦੋਂ ਤੱਕ ਜਿਹੜਾ ਕੰਮ ਕਰਨ ਦਾ ਤਰੀਕਾ ਉਹ ਇਸੇ ਤਰ੍ਹਾਂ ਦੇ ਨਾਲ ਰਹੇਗਾ। ਫਿਰ ਉਹਦੇ ਵਿੱਚ ਫਿਰ ਬਹੁਤ ਸਾਰੀਆਂ ਫਿਰ ਖਾਮੀਆਂ ਹੁੰਦੀਆਂ ਰਹਿੰਦੀਆਂ ਨੇ ਤੇ ਫਿਰ ਖਾਮੀਆਂ ਦੇ ਕਰਕੇ ਹੇਠੀ ਦਾ ਸਾਹਮਣਾ ਵੀ ਕਰਨਾ ਪੈਂਦਾ। ਸੋ ਲਗਾਤਾਰ ਮੰਗ ਸਿੱਖ ਕੌਮ ਕਰ ਰਹੀ ਹੈ ਜੀ ਕਿ ਇਸ ਤਰੀਕੇ ਦੇ ਨਾਲ ਪ੍ਰਧਾਨ ਸਾਹਿਬ ਤੁਸੀਂ ਨਾ ਕਰੋ, ਕਾਨੂੰਨੀ ਕਾਰਵਾਈ ਕਰਾਉਣੀ ਬਣਦੀ ਹੈ, ਕਿਉਂਕਿ ਇਹ ਛੋਟਾ ਕੋਈ ਮਾਮਲਾ ਨਹੀਂ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੈਂਕੜੇ ਸਰੂਪ ਲਾਪਤਾ ਹੋਏ ਨੇ ਤੇ ਜਿਹੜੀ ਸਭ ਤੋਂ ਵੱਡੀ ਗੱਲ ਉਹ ਅਸੀਂ ਇਹ ਕਹਿ ਰਹੇ ਹਾਂ ਕਿ ਇਸ ਸਮੇਂ ਜੇਕਰ ਉਹ ਸਰੂਪ ਕਿਸੇ ਨੂੰ ਅੱਗੇ ਵੇਚੇ ਵੀ ਗਏ ਨੇ, ਬੇਸ਼ੱਕ ਦੀ ਉਹ ਸ਼ਰਧਾਲੂ ਬੰਦਾ ਸੀ, ਚਲੋ ਮੰਨ ਲੈਂਦੇ ਹਾਂ ਕਿ ਕੋਈ ਸਿੱਖ ਸੀ ਜਾਂ ਕੋਈ ਸ਼ਰਧਾਲੂ ਬੰਦਾ ਸੀ, ਪਰ ਘੱਟੋ ਘੱਟ ਰਿਕਾਰਡ ਤਾਂ ਹੋਵੇ ਕਿ ਇਹ ਪਾਵਨ ਸਰੂਪ ਇਸ ਥਾਂ 'ਤੇ ਨੇ, ਇਸ ਘਰ ਦੇ ਵਿੱਚ ਨੇ, ਤੇ ਕੀ ਉੱਥੇ ਪੂਰੀ ਤਰ੍ਹਾਂ ਦੇ ਨਾਲ ਗੁਰਮਰਿਆਦਾ ਦੇ ਅਨੁਸਾਰ ਉਹਨਾਂ ਦਾ ਜੋ ਸਥਾਨ ਹੈ ਉਹ ਗ੍ਰਹਿਣ ਕਰਾਇਆ ਗਿਆ, ਕਿ ਪੂਰੀ ਗੁਰਮਰਿਆਦਾ ਦੇ ਨਾਲ ਉੱਥੇ ਪਾਠ ਕੀਤਾ ਜਾ ਰਿਹਾ। ਤੇ ਇਹ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ। ਇਹ ਨਹੀਂ ਕਿ ਦੇਖੋ ਕੋਈ ਕਿਤਾਬ ਤਾਂ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਨਹੀਂ ਗੇ ਕਿ ਜਿਹਨੂੰ ਅਸੀਂ ਕਹਿ ਦਈਏ ਕਿ ਛਾਪ ਲਏ ਜੀ ਤੇ ਅਸੀਂ ਵੇਚ ਲਏ। ਤੇ ਜੇ ਇਹੀ ਗੱਲ ਹੁੰਦੀ ਤੇ ਫਿਰ ਸ਼੍ਰੋਮਣੀ ਕਮੇਟੀ ਨੂੰ ਇਹਨਾਂ ਇਕੱਲਾ ਅਕਾਲ ਤਖਤ ਸਾਹਿਬ ਜੀ ਅਧਿਕਾਰ ਦਿੰਦੇ ਕਿ ਸਿਰਫ ਸ਼੍ਰੋਮਣੀ ਕਮੇਟੀ ਛਾਪੇਗੀ, ਫਿਰ ਤਾਂ ਹੋਰਾਂ ਸੰਸਥਾਵਾਂ ਨੂੰ ਵੀ ਛਾਪਣ ਦੀ ਮਨਜ਼ੂਰੀ ਮਿਲ ਸਕਦੀ ਸੀ। ਇਹੀ ਵਜ੍ਹਾ ਕਰਕੇ ਅਕਾਲ ਤਖਤ ਸਾਹਿਬ ਵੱਲੋਂ ਵੀ ਸ਼੍ਰੋਮਣੀ ਕਮੇਟੀ ਨੂੰ ਹੀ ਇਹ ਸੇਵਾ ਦਿੱਤੀ ਗਈ ਹੈ ਕਿ ਸਿਰਫ ਦੁਨੀਆ ਦੇ ਵਿੱਚ ਜੇਕਰ ਕੋਈ ਸੰਸਥਾ ਹੈ ਜੋ ਕਿ ਸਾਡੇ ਗੁਰੂਆਂ ਵੱਲੋਂ
ਸਜਾਏ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਕਰ ਸਕਦੀ ਹੈ ਤਾਂ ਉਹ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਹੈ। ਪਰ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਸਾਡੇ ਪਾਵਨ ਸਰੂਪ ਗਾਇਬ ਹੁੰਦੇ ਰਹੇ, ਲਾਪਤਾ ਹੁੰਦੇ ਰਹੇ, ਤੇ ਫਿਰ ਅਸੀਂ ਸਮਝਾਂਗੇ ਜੀ ਕਿ ਫਿਰ ਸ਼੍ਰੋਮਣੀ ਕਮੇਟੀ ਨੂੰ ਵੀ ਕੋਈ ਅਧਿਕਾਰ ਨਹੀਂ ਹੋਊਗਾ ਕਿ ਸਿਰਫ ਫਿਰ ਉਹਨਾਂ ਨੂੰ ਇਹ ਜਿਹੜਾ ਛਪਾਈ ਦੀ ਆਗਿਆ ਮਿਲੇ। ਕਿਉਂਕਿ ਜਦੋਂ ਅਸੀਂ ਸਾਡੀ ਕੋਈ ਸੰਸਥਾ ਪੂਰੀਆਂ ਆਪਣੀਆਂ ਡਿਊਟੀਆਂ ਨਹੀਂ ਨਿਭਾਉਂਦੀ, ਡਿਊਟੀਆਂ ਦੇ ਵਿੱਚ ਕੁਤਾਹੀਆਂ ਕਰਦੀ ਹੈ, ਤੇ ਫਿਰ ਉਸ ਸੰਸਥਾ ਦੇ ਉੱਤੇ ਜਿਹੜੇ ਸਵਾਲ ਉੱਠਣੇ ਨੇ ਜੀ ਉਹ ਲਾਜ਼ਮੀ ਹੋ ਜਾਂਦੇ ਨੇ। ਸੋ ਬਹੁਤ ਸਾਡੇ ਦਰਸ਼ਕਾਂ ਨੇ ਕਮੈਂਟਾਂ ਦੇ ਰਾਹੀਂ ਵੀ ਨਾਰਾਜ਼ਗੀ ਜ਼ਾਹਰ ਕੀਤੀ ਹੈ ਜੀ। ਸਾਡੇ ਬਲਰਾਮ ਸਿੰਘ ਧਾਲੀਵਾਲ ਸਾਹਿਬ ਲਿਖਦੇ ਆ ਕਿ ਪਾਵਨ ਸਰੂਪਾਂ ਦੇ ਪਏ ਭੰਬਲ ਭੂਸੇ ਬਾਰੇ ਸਮੁੱਚੀ ਸ਼੍ਰੋਮਣੀ ਕਮੇਟੀ ਕਟਹਿਰੇ ਵਿੱਚ ਹੈ। ਜ਼ਿੰਮੇਵਾਰ ਲੋਕਾਂ ਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ ਚਾਹੀਦਾ, ਨਹੀਂ ਤਾਂ ਸ਼੍ਰੋਮਣੀ ਕਮੇਟੀ ਬਾਰੇ ਸੰਗਤ ਦੇ ਮਨ ਦੇ ਵਿੱਚ ਬਹੁਤ ਸਾਰੇ ਸ਼ੰਕੇ ਪੈਦਾ ਹੋਣਗੇ। ਬਿਲਕੁਲ ਜਿਸ ਤਰੀਕੇ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ, ਠੀਕ ਸਾਡੇ ਦਰਸ਼ਕ ਵੀ ਇਸੇ ਤਰ੍ਹਾਂ ਦੇ ਨਾਲ ਸੋਚਦੇ ਨੇ ਕਿ ਜੇਕਰ ਸ਼੍ਰੋਮਣੀ ਕਮੇਟੀ ਨੇ ਹਾਲੇ ਵੀ ਜਿਹੜਾ ਮੌਕਾ ਉਹ ਨਾ ਸਾਂਭਿਆ, ਹਾਲੇ ਵੀ ਜਿਹੜੀ ਇਸ ਦੀ ਪੂਰੇ ਉੱਚ ਪੱਧਰ 'ਤੇ ਹੋਰ ਕਾਨੂੰਨੀ ਜਿਸ ਤਰ੍ਹਾਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਉਹ ਨਾ ਕੀਤੀ, ਤਾਂ ਫਿਰ ਕੋਈ ਸ਼ੱਕ ਨਹੀਂ ਕਿ ਸ਼੍ਰੋਮਣੀ ਕਮੇਟੀ 'ਤੇ ਜਿਹੜਾ ਸਿੱਖਾਂ ਦਾ ਵਿਸ਼ਵਾਸ ਆ ਉਹ ਘਟੇਗਾ। ਸੋ ਅਸੀਂ ਸਮਾਪਤੀ ਵੱਲ ਦਰਸ਼ਕੋ ਅਸੀਂ ਵੱਧ ਚੁੱਕੇ ਹਾਂ ਤੇ ਕਰੀਬ ਸਾਡਾ ਜਿਹੜਾ ਸਮਾਂ ਉਹ ਪੂਰਾ ਹੋ ਚੁੱਕਿਆ ਜੀ। ਤੇ ਜਾਂਦੇ ਇੱਕ ਗੱਲ ਦੱਸ ਦਿੰਦੇ ਹਾਂ ਕਿ ਕਰੋਨਾ ਵਾਇਰਸ ਦੇ ਜਿਹੜੇ ਮਾਮਲੇ ਨੇ ਉਹ ਲਗਾਤਾਰ ਵੱਧ ਰਹੇ ਨੇ ਜੀ। 60,000 ਤੋਂ ਉੱਪਰ ਮਾਮਲੇ ਪਹੁੰਚ ਗਏ ਨੇ, 1500 ਰੋਜ਼ਾਨਾ ਨਵਾਂ ਮਰੀਜ਼ ਪੰਜਾਬ ਦੇ ਵਿੱਚ ਸਾਹਮਣੇ ਆ ਰਿਹਾ। ਤੇ ਹੁਣ ਮੁੱਖ ਮੰਤਰੀ ਸਾਹਿਬ ਨੇ, ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਾਰੇ ਮੰਤਰੀਆਂ ਨੂੰ ਆਦੇਸ਼ ਅੱਜ ਦਿੱਤੇ ਨੇ ਕਿ ਭਾਈ ਜਾਓ ਆਪਣੇ ਇਲਾਕੇ ਦੇ ਵਿੱਚ ਜਿੰਨੇ ਤੁਹਾਡੇ ਹਸਪਤਾਲ ਨੇ ਉੱਥੇ ਗੇੜਾ ਮਾਰੋ, ਉੱਥੇ ਲੋਕਾਂ ਦਾ ਹਾਲ ਚਾਲ ਪੁੱਛੋ, ਕਿਉਂਕਿ ਲੋਕ ਬੜੇ ਨਾਰਾਜ਼ ਨੇ ਸਰਕਾਰ ਤੋਂ। ਇਹ ਸਮਾਂ ਹੈ ਤਾਂ ਥੋੜ੍ਹਾ ਲੋਕਾਂ ਨੂੰ ਠੰਡੇ ਕਰੋ, ਕਿਉਂਕਿ ਹਸਪਤਾਲ ਦੇ ਵਿੱਚ ਜਾਓਗੇ, ਹਾਲ ਚਾਲ ਪੁੱਛੋਗੇ, ਪ੍ਰਬੰਧਾਂ ਦਾ ਹਾਲ ਜਾਣੋਗੇ ਤਾਂ ਹੋ ਸਕਦਾ ਕਿ ਲੋਕਾਂ ਦਾ ਗੁੱਸਾ ਥੋੜ੍ਹਾ ਠੰਡਾ ਹੋ ਜੇ। ਹਾਲਾਂਕਿ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਕਿ ਮੈਂ ਵੀ ਬਾਅਦ ਦੇ ਵਿੱਚ ਜਾਵਾਂਗਾ, ਪਹਿਲਾਂ ਮੰਤਰੀ ਸਾਹਿਬ ਜਾ ਆਉਣ ਹਸਪਤਾਲਾਂ ਦੇ ਵਿੱਚ ਤੇ ਫਿਰ ਮੈਂ ਵੀ ਆਪਣੇ ਵੱਲੋਂ ਹਸਪਤਾਲਾਂ ਦੇ ਵਿੱਚ ਜਾ ਕੇ ਜਿਹੜੀ ਆ ਸੇਵਾਵਾਂ ਦਾ ਜਾਇਜ਼ਾ ਲਵਾਂਗਾ। ਸੋ ਦਰਸ਼ਕੋ ਇਸੇ ਦੇ ਨਾਲ ਅਸੀਂ ਪ੍ਰੋਗਰਾਮ ਸਮਾਪਤੀ ਦੀ ਆਗਿਆ ਚਾਹੁੰਦੇ ਹਾਂ ਜੀ। ਹੁਣ 2 ਦਿਨ ਬਾਅਦ ਤੁਹਾਡੇ ਨਾਲ ਫਿਰ ਤੋਂ ਮੁਲਾਕਾਤ ਹੋਏਗੀ ਇਸੇ ਪ੍ਰੋਗਰਾਮ ਗਲੋਬਲ ਗੱਲਬਾਤ ਦੇ ਵਿੱਚ। ਸੋ 2 ਦਿਨਾਂ ਦੇ ਲਈ ਮੈਨੂੰ ਤੇ ਮੇਰੀ ਪੂਰੀ ਟੀਮ ਨੂੰ ਆਗਿਆ ਦਿਓ ਜੀ, ਤੇ 2 ਦਿਨ ਤੁਸੀਂ ਜਿੱਥੇ ਵੀ ਹੋ ਤੁਸੀਂ ਸੁਰੱਖਿਅਤ ਰਹੋ। ਸੋ ਇਸੇ ਦੇ ਨਾਲ ਆਗਿਆ ਚਾਹੁੰਦਾ ਜੀ। ਧੰਨਵਾਦ ਤੇ ਰੱਬ ਰਾਖਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।